हंसराज महिला महाविद्यालय जलंधर। गुड मॉर्निंग स्टूडेंट्स। प्रोफैसर नवरूप पंजाबी विभाग तो अज असी गल करनी है सुखविंदर अमृत जी के बारे में। सुखविंदर अमृत जिन्होंने असी सारे जानते हाँ। सुखविंदर अमृत पंजाबी की एक सिरमौर बहुत ही जानी पछाणी शख्सियत जिन्होंने बहुत सारा योगदान पाया है पंजाबी साहित्य के। तो अज असी MA ਸਮੈਸਟਰ 3 ਦੇ ਸਟੂਡੈਂਟਸ ਵਾਸਤੇ ਇਹਨਾਂ ਦਾ ਇੱਕ ਕਾਵ ਸੰਗ੍ਰਹਿ ਜਿਹੜਾ ਉਹਨਾਂ ਦੇ ਸਿਲੇਬਸ ਵਿੱਚ ਲੱਗਿਆ ਹੋਇਆ ਹੈ ਪੁੰਨਿਆ, ਉਹਦੀ ਗੱਲ ਕਰਨੀ ਹੈ। ਅਤੇ ਉਸ ਦੇ ਵਿੱਚ ਅਸੀਂ ਦੇਖਾਂਗੇ ਕਿ ਕਾਵਿਕ ਪੱਖੋਂ ਕੀ ਕੀ ਖੂਬੀਆਂ ਹਨ, ਕੀ ਕੀ ਉਹਦੇ ਵਿੱਚ ਦਿੱਤਾ ਗਿਆ ਹੈ। ਸੋ ਉਸ ਚੀਜ਼ ਨੂੰ ਆਪਾਂ ਧਿਆਨ ਵਿੱਚ ਰੱਖ ਕੇ ਅਤੇ ਇਹਦੀ ਗੱਲ ਕਰਨੀ ਹੈ। ਔਰ ਪੁੰਨਿਆ ਦਾ ਕਲਾਤਮਕ ਪੱਖ। ਸੋ ਆਓ ਇਸ ਦੀ ਗੱਲ ਕਰਦੇ ਹਾਂ। ਸੁਖਵਿੰਦਰ ਅੰਮ੍ਰਿਤ ਪੰਜਾਬੀ ਦੀ ਇੱਕ ਪ੍ਰਮੁੱਖ ਅਤੇ ਪ੍ਰਤੀਨਿਧ ਕਵਿੱਤਰੀ ਹੈ, ਆਪਾਂ ਸਾਰੇ ਜਾਣਦੇ ਹਾਂ। ਉਹ ਪਿਛਲੇ 2 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਪੰਜਾਬੀ ਕਾਵਿ ਦੇ ਖੇਤਰ ਵਿੱਚ ਕਰਮਸ਼ੀਲ ਹੈ ਅਤੇ ਇਸ ਦੌਰਾਨ ਉਹਨਾਂ ਦੇ 3 ਕਾਵਿ ਸੰਗ੍ਰਹਿ, 5 ਗਜ਼ਲ ਸੰਗ੍ਰਹਿ ਅਤੇ 1 ਗੀਤ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਭਾਵੇਂ ਪਾਠਕ ਉਸ ਨੂੰ ਇੱਕ ਸੁਹਿਰਦ ਅਤੇ ਸੰਵੇਦਨਸ਼ੀਲ ਕਵਿੱਤਰੀ ਦੇ ਰੂਪ ਵਿੱਚ ਜਾਣਦੇ ਹਨ, ਪਰ ਉਹ ਇੱਕ ਬਹੁਤ ਹੀ ਪਰਿਪੱਕ, ਪ੍ਰਮਾਣਿਕ ਅਤੇ ਸਮਰੱਥ ਗਜ਼ਲਕਾਰਾ ਵੀ ਹਨ। ਸੋ ਇੱਥੇ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਬਾਰੇ ਵਿੱਚ ਬਹੁਤ ਸਾਰੇ ਜਿਹੜੇ ਰਾਈਟਰਸ ਨੇ, ਜਿਹੜੇ ਉਹਨਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਨੇ ਔਰ ਉਹਨਾਂ ਦੇ ਬਾਰੇ ਵਿੱਚ ਬੜੀ ਸੋਹਣੀ ਗੱਲ ਕੀਤੀ ਗਈ ਹੈ। ਜਿਹੜਾ ਪੁੰਨਿਆ ਇਹਨਾਂ ਦਾ ਕਾਵ ਸੰਗ੍ਰਹਿ ਹੈ, ਇਸ ਦੇ ਬਾਰੇ 'ਚ ਇਹ ਕਿਹਾ ਗਿਆ ਕਿ ਅਸਲ ਵਿੱਚ ਕਵੀ ਦਾ ਮੂਲ ਧਰਮ ਸਿਰਜਣਾ ਹੈ, ਪਰ ਸੰਚਾਰ ਸਹਿਜਮਈ ਰੂਪ ਵਿੱਚ ਹੀ ਸ਼ਾਮਿਲ ਹੋ ਜਾਂਦਾ ਹੈ। ਅਤੇ ਇਸ ਬਾਰੇ ਉਹ ਲਿਖਦੇ ਹਨ ਕਿ ਇਹ ਹੈ ਮੇਰੀ ਪੁੰਨਿਆ ਰਤ ਮੇਰੀ ਦਾ ਰਾਗ, ਕੋਈ ਵੇਖੇ ਚਾਨਣੀ ਕੋਈ ਭਾਲੇ ਦਾਗ। ਸਾਹਿਤ ਸਿਰਜਣਾ ਅਤੇ ਸੰਚਾਰ ਦਾ ਮਾਧਿਅਮ ਭਾਸ਼ਾ ਹੈ। ਲੇਖਕ ਦੇ ਵਿਚਾਰ ਹੈ ਜਿਹੜੇ ਉਹ ਇਹਨਾਂ ਦੇ ਰਾਹੀਂ ਹੀ, ਯਾਨੀ ਇਸ ਦੇ ਸ਼ਬਦਾਂ ਦੇ ਰਾਹੀਂ, ਚਿੰਨ੍ਹਾਂ ਦੇ ਰਾਹੀਂ, ਪ੍ਰਤੀਕਾਂ ਦੇ ਰਾਹੀਂ ਉਹ ਸਾਰੇ ਸਾਡੇ ਸਾਹਮਣੇ ਆਉਂਦੇ ਨੇ। ਆਈ. ਰਿਚਰਡਸ ਦੇ ਅਨੁਸਾਰ ਕਵਿਤਾ ਵਿੱਚ ਭਾਵਨਾ ਨੂੰ ਅਸਿੱਧੇ ਤਰੀਕੇ ਰਾਹੀਂ ਅਭਿਵਿਅਕਤ ਕੀਤਾ ਜਾਂਦਾ ਹੈ। ਸਧਾਰਨ ਬੋਲਚਾਲ ਵਿੱਚ ਭਾਸ਼ਾ ਚਿਹਨਕ ਅਤੇ ਚਿਹਨਤ ਦੀ ਯਾਤਰਾ ਕਰਦੀ ਹੈ। ਸੁਖਵਿੰਦਰ ਅੰਮ੍ਰਿਤ ਦੀ ਅਚੇਤ ਸਿਰਜਣ ਪ੍ਰਕਿਰਿਆ ਵਧੇਰੇ ਸੁਚੇਤ ਹੈ। ਉਸਦੇ ਅਨੁਭਵ ਜਾਂ ਵਿਚਾਰ ਦੀ ਗੱਲ ਜਦੋਂ ਅਸੀਂ ਕਰਦੇ ਹਾਂ ਤਾਂ ਅਸੀਂ ਦੇਖ ਸਕਦੇ ਹਾਂ ਕਿ ਉਹ ਜਦੋਂ ਲਿਖਦੀ ਹੈ ਕਿ ਤੇਰੀਆਂ ਲਹਿਰਾਂ 'ਚ ਸਭ ਕੁਛ ਵਹਿ ਗਿਆ, ਰੇਤ ਦਾ ਇੱਕ ਘਰ ਸੀ ਉਹ ਵੀ ਢਹਿ ਗਿਆ, ਕਿਣਕਾ ਕਿਣਕਾ ਖੋਰ ਕੇ ਮੇਰਾ ਵਜੂਦ, ਹਾਏ ਉਸ ਦਰਿਆ ਦਾ ਪਾਣੀ ਲੈ ਗਿਆ। ਸੋ ਗਜ਼ਲਕਾਰਾਂ ਦੀ ਨਜ਼ਰ ਵਿੱਚ ਕਲਪਨਾ ਦਾ ਸੰਸਾਰ ਯਥਾਰਥ ਨਾਲੋਂ ਬਹੁਤ ਹੀ ਸਕੂਨ ਬਖਸ਼ਣ ਵਾਲਾ ਹੈ। ਇਹ ਅਹਿਸਾਸ ਯਥਾਰਥ ਨਾਲ ਟਕਰਾ ਕੇ ਭਾਵੇਂ ਜਿਉਣਾ ਦੁੱਭਰ ਕਰ ਦਿੰਦਾ ਹੈ। ਕਾਲਪਨਿਕ ਅਹਿਸਾਸ ਹੀ ਇੱਛਤ ਸੰਕਲਪ ਦਾ ਛਿਨ ਭੰਗਰ ਸਹਾਰਾ ਬਣ ਕੇ ਲੰਮਾ ਸਮਾਂ ਧਰਵਾਸ ਦਿੰਦਾ ਹੈ। ਹਵਾ ਕੀ ਕਰ ਲੂਗੀ ਚਿਹਰਿਆਂ 'ਤੇ ਧੂੜ ਪਾ ਕੇ, ਤੂੰ ਆਪਣੀ ਆਤਮਾ ਦਾ ਹੁਸਨ ਬਸ ਰੱਖੀ ਬਚਾ ਕੇ। ਕਲਪਨਾ ਸਿਰਫ ਅਹਿਸਾਸ ਦਿੰਦੀ ਹੈ, ਪਰ ਯਥਾਰਥ ਭਟਕਣਾ ਦਾ ਹੀ ਦੂਸਰਾ ਨਾਂ ਹੈ। ਪ੍ਰਾਪਤੀ ਤੋਂ ਬਾਅਦ ਯਤਨਸ਼ੀਲ ਰਹਿੰਦਾ ਹੈ। ਇਸ ਸਫ਼ਰ ਵਿੱਚ ਉਹ ਅਨੇਕਾਂ ਵਾਰ ਬੇਮੰਜ਼ਲੇ ਰਸਤਿਆਂ ਵਿੱਚ ਭਟਕ ਜਾਂਦਾ ਹੈ। ਇਹ ਗਲਤ ਰਾਹ ਹੀ ਉਸ ਦੀ ਪ੍ਰਾਪਤੀ ਨੂੰ ਅਧੂਰੇਪਨ ਨਾਲ ਭਰ ਦਿੰਦੇ ਹਨ। ਰੇਤ ਹੈ, ਨੀਰ ਹੈ ਜਾਂ ਹਵਾ ਜ਼ਿੰਦਗੀ ਹੈ, ਸਵਾਲਾਂ ਦਾ ਹੀ ਸਿਲਸਿਲਾ ਜ਼ਿੰਦਗੀ। ਅੰਮ੍ਰਿਤਾ ਦੀ ਇੱਕ ਖੂਬਸੂਰਤੀ ਇਹ ਹੈ ਕਿ ਉਹ ਹਰ ਸਥਿਤੀ ਵਿੱਚ ਸਕੂਨ ਤਲਾਸ਼ ਕਰਦੀ ਹੈ। ਗੁਜ਼ਰੇ ਹਾਂ ਤੇਰੀ ਰਾਤ ਵਿੱਚ ਕਿਰਨਾਂ ਖਿਲਾਰਦੇ, ਇਹ ਵਕਤ ਤੇਰੀ ਮੌਜ ਹੈ ਰੱਖ ਲੈ ਜਾਂ ਮਾਰ ਦੇ। ਕਾਵਿ ਕਲਾ ਦੇ ਪੱਖੋਂ ਸੁਖਵਿੰਦਰ ਅੰਮ੍ਰਿਤ ਨੇ ਵਿਸ਼ੇ ਦੇ ਪ੍ਰਗਟਾਓ ਲਈ ਲੋਕਧਾਰਾਈ ਹਵਾਲੇ, ਚਿੰਨ੍ਹ, ਪ੍ਰਤੀਕ, ਅਲੰਕਾਰ, ਬਿੰਬ ਅਤੇ ਕਾਵਿਕ ਭਾਸ਼ਾ ਦੀ ਬਹੁਤ ਸਾਰੀ ਵਰਤੋਂ ਕੀਤੀ ਹੈ। ਅੰਮ੍ਰਿਤ ਦੁਆਰਾ ਰਚਿਤ ਪੁੰਨਿਆ ਕਾਵਿ ਸੰਗ੍ਰਹਿ ਦਾ ਜਿਹੜਾ ਹੈ ਅੱਗੋਂ ਅਸੀਂ ਵਿਸਥਾਰਪੂਰਵਕ ਚਰਚਾ ਕਰਦੇ ਹਾਂ ਕਿ ਇਹਦੇ 'ਚ ਪ੍ਰਤੀਕ ਕਿਵੇਂ ਵਰਤੇ ਗਏ ਨੇ। ਸੁਖਵਿੰਦਰ ਅੰਮ੍ਰਿਤ ਨੇ ਨਾਰੀ ਭਾਵਾਂ ਨੂੰ ਪੇਸ਼ ਕਰਨ ਵਾਲੇ ਪ੍ਰਤੀਕ ਟਾਹਣੀ, ਚੁੰਨੀ, ਮਛਲੀ, ਤਲਵਾਰ, ਨਦੀ, ਪੱਤੀਆਂ, ਸੋ ਬਹੁਤ ਸਾਰੇ ਇਸ ਤਰ੍ਹਾਂ ਦੇ ਪ੍ਰਤੀਕ ਜਿਹੜੇ ਹੈ ਔਰਤ ਮਰਦ ਦੇ ਰਿਸ਼ਤੇ ਨੂੰ ਪੇਸ਼ ਕਰਦੇ ਹੋਏ ਵਰਤੇ ਹਨ। ਔਰ ਬਹੁਤ ਸਾਰੀਆਂ ਇਸ ਵਿੱਚ ਦੀਆਂ ਰਚਨਾਵਾਂ ਦੇ ਵਿੱਚ ਇਹ ਸਾਰੇ ਸ਼ਬਦ ਦੇਖਣ ਨੂੰ ਮਿਲਦੇ ਨੇ। ਜੁਗਨੂੰ, ਹਨੇਰਾ, ਦੀਵਾ, ਹਨੇਰਾ, ਰੋਸ਼ਨੀ,
ਹਨੇਰਾ, ਹਵਾ, ਚਿਰਾਗ, ਕਲੀ, ਭੌਰ, ਫੈਲੀਆਂ ਛਾਵਾਂ, ਖਿੜੇ ਗੁੰਜੇ ਤੇ ਕਲੀਆਂ ਟਹਿਕੀਆਂ, ਮਾਂ ਅਸੀਸਾਂ ਹੋ ਗਈ, ਬੱਚੇ ਦੁਆ ਹੁੰਦੇ ਗਏ। ਇਸੇ ਤਰ੍ਹਾਂ ਉਹ ਆਪਣੀਆਂ ਰਚਨਾਵਾਂ ਵਿੱਚ ਬਹੁ ਅਰਥੀ ਤੇ ਬਹੁ ਪਰਤੀ ਪ੍ਰਤੀਕਾਂ ਦੀ ਵਰਤੋਂ ਕਰਦੀ ਹੈ। ਸੋ ਜਿੱਥੋਂ ਤੱਕ ਕਾਵਿਕ ਭਾਸ਼ਾ ਦੀ ਗੱਲ ਹੈ, ਸੁਖਵਿੰਦਰ ਅੰਮ੍ਰਿਤ ਨੇ ਕਾਵਿਕ ਭਾਸ਼ਾ ਨੂੰ ਬਖੂਬੀ ਵਰਤਿਆ ਹੈ। ਉਸ ਦੀ ਕਾਵਿ ਭਾਸ਼ਾ ਵਿੱਚ ਉਰਦੂ, ਫਾਰਸੀ, ਸੰਸਕ੍ਰਿਤ ਆਦਿ ਭਾਸ਼ਾਵਾਂ ਤੋਂ ਇਲਾਵਾ ਮਲਵਈ ਅਤੇ ਪੰਜਾਬੀ ਦੀਆਂ ਹੋਰ ਭਾਸ਼ਾਵਾਂ ਦੇ ਸ਼ਬਦਾਂ ਦੀ ਭਰਮਾਰ ਹੈ। ਉਸ ਦੀ ਕਵਿਤਾ ਦੀ ਵੱਡੀ ਸ਼ਕਤੀ ਇਸ ਭਾਸ਼ਾਈ ਸਮਰੱਥਾ ਨਾਲ ਸੂਖਮ ਅਤੇ ਅਛੂਤ ਦ੍ਰਿਸ਼ ਚਿੱਤਰਨ ਵਿੱਚ ਹੈ। ਉਸ ਦੀ ਸ਼ਾਇਰੀ ਬਾਰੇ ਸੁਰਜੀਤ ਪਾਤਰ ਜੀ ਲਿਖਦੇ ਹਨ, ਚੰਗੀ ਸ਼ਾਇਰੀ ਵਿੱਚ ਨਦੀ ਵਾਂਗ ਪ੍ਰਾਚੀਨਤਾ, ਨਿਰੰਤਰਤਾ ਤੇ ਨਵੀਨਤਾ ਹੁੰਦੀ ਹੈ। ਸੁਖਵਿੰਦਰ ਅੰਮ੍ਰਿਤ ਦੀਆਂ ਗਜ਼ਲਾਂ ਵਿੱਚ ਨਦੀ ਦੇ ਤਿੰਨੇ ਗੁਣ ਸਮਾਏ ਹੋਏ ਹਨ। ਇਤਿਹਾਸ ਮਿਥਿਹਾਸ ਦਾ ਵੀ ਪ੍ਰਯੋਗ ਕੀਤਾ ਮਿਲਦਾ ਹੈ। ਇਤਿਹਾਸ ਦੀ ਵਰਤੋਂ, ਮਿਥਿਹਾਸ ਦੀ ਵਰਤੋਂ, ਬਿੰਬ ਵਿਧਾਨ। ਸੁਖਵਿੰਦਰ ਅੰਮ੍ਰਿਤ ਨੇ ਬਿੰਬ ਸਿਰਜਣਾ ਵਿੱਚ ਵੀ ਬਹੁਤ ਸੋਹਣੇ ਤਰੀਕੇ ਨਾਲ ਬਿਆਨਬਾਜ਼ੀ ਕੀਤੀ ਹੈ। ਫੁੱਲਾਂ ਦਾ ਖਿੜਨਾ, ਹਵਾਵਾਂ ਦਾ ਚੱਲਣਾ, ਆਕਾਸ਼ 'ਤੇ ਤਾਰੇ ਚਮਕਣਾ, ਰਾਤ ਦੇ ਹਨੇਰੇ ਦਾ ਦ੍ਰਿਸ਼, ਟਾਹਣੀਆਂ ਦਾ ਕੰਬਣਾ, ਰੁੱਖਾਂ ਦੇ ਪੱਤੇ ਹੇਠ ਆਉਣਾ ਆਦਿ। ਅਤੇ ਮੇਰੇ ਅਸਮਾਨ ਵਿੱਚ ਵੀ ਇੱਕ ਸਿਤਾਰਾ ਜਗਮਗਾ ਉੱਠਿਆ ਕਿ ਆਖਰ ਮਿਲ ਗਿਆ ਇਸ ਰਾਤ ਨੂੰ ਵੀ ਹਮਸਫ਼ਰ ਕੋਈ। ਸੋ ਅੰਮ੍ਰਿਤ ਨੇ ਕੁਝ ਬਿੰਬ ਪੇਂਡੂ ਜਨ ਜੀਵਨ 'ਚੋਂ ਵੀ ਚੁਣੇ ਹਨ। ਸੋ ਇਸੇ ਤਰ੍ਹਾਂ ਉਸਨੇ ਬਹੁਤ ਸਾਰੀਆਂ ਇਹਦੇ 'ਚ ਜਿਹੜੀਆਂ ਆਪਣੀਆਂ ਖੂਬਸੂਰਤ ਸਤਰਾਂ ਦਿੱਤੀਆਂ ਹਨ, ਉਹ ਤੁਸੀਂ ਇੱਥੇ ਸਾਹਮਣੇ ਦੇਖ ਰਹੇ ਹੋ। ਸਾਰੀਆਂ ਹੌਲੀ ਹੌਲੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਹੀ ਹਾਂ। ਤੁਸੀਂ ਇੱਥੋਂ ਦੇਖ ਸਕਦੇ ਹੋ, ਬੁੱਕ ਵਿੱਚੋਂ ਵੀ ਦੇਖ ਸਕਦੇ ਹੋ। ਅਲੰਕਾਰਾਂ ਦੀ ਵਰਤੋਂ ਕੀਤੀ ਗਈ ਹੈ, ਉਪਮਾ ਅਲੰਕਾਰ ਵਰਤਿਆ ਗਿਆ ਹੈ, ਰੂਪਕ ਅਲੰਕਾਰ, ਰਸ, ਸ਼ਾਂਤ ਰਸ, ਕਰੁਣਾ ਰਸ, ਸ਼ਿੰਗਾਰ ਰਸ, ਯੋਗਾਤਮਕ ਸ਼ਿੰਗਾਰ ਰਸ, ਵਿਯੋਗਾਤਮਕ ਸ਼ਿੰਗਾਰ ਰਸ, ਔਰ ਫਿਰ ਸ਼ੈਲੀ ਦੇ ਪੱਖ ਤੋਂ ਉਸਦੀ ਗਜ਼ਲਗੋਈ ਦੇ ਅਹਿਮ ਤੱਤਾਂ ਵਿੱਚ ਸੰਖੇਪਤਾ ਮੌਜੂਦ ਹੈ। ਉਸਦੇ ਕੋਲ ਘੱਟ ਤੋਂ ਘੱਟ ਸ਼ਬਦਾਂ ਵਿੱਚ ਵੱਡੀ ਗੱਲ ਕਿਹਾ ਜਾਂਦਾ ਹੁਨਰ ਹੈ। ਸੋ ਇੱਥੇ ਤੁਸੀਂ ਦੇਖ ਰਹੇ ਹੋ, ਸੁਖਵਿੰਦਰ ਅੰਮ੍ਰਿਤ ਇੱਕ ਅਜਿਹੀ ਪ੍ਰਤਿਭਾਸ਼ੀਲ ਗਜ਼ਲਕਾਰ ਹੈ ਜਿਸ ਦੀ ਗਜ਼ਲ ਦ੍ਰਿਸ਼ਟੀ, ਮਾਨਵੀ ਚਿੰਤਨ, ਲੋਕ ਪੱਖੀ ਦ੍ਰਿਸ਼ਟੀਕੋਣ ਤੋਂ ਸੱਚ ਕਹਿੰਦੀ ਸੁਹਿਰਦਤਾ ਨੇ ਉਸਦੀ ਗਜ਼ਲਗੋਈ ਨੂੰ ਅਜਿਹੇ ਗੁਣ ਪ੍ਰਦਾਨ ਕੀਤੇ ਹਨ ਕਿ ਉਹ ਵਧੀਆ ਸ਼ਾਇਰਾ ਹੋਣ ਦਾ ਰੁਤਬਾ ਰੱਖਦੀ ਹੈ। ਉਹਦਾ ਇੱਕ ਸਵੈ ਕਥਨ ਹੈ, ਮੇਰੀ ਸ਼ਾਇਰੀ ਵੀ ਪਿਆਰ ਦੀ ਹਕੀਕਤ ਅਤੇ ਇਸ ਆਦਰਸ਼ਕ ਰਿਸ਼ਤੇ ਨਾਲ ਗਹਿਰੀ ਤਰ੍ਹਾਂ ਜੁੜੀ ਹੋਈ ਹੈ। ਪਿਆਰ ਵਿੱਚ ਬੱਝਿਆ ਸਮਾਜ ਮੇਰਾ ਆਦਰਸ਼ ਹੈ। ਸੋ ਇੱਥੇ ਅਸੀਂ ਦੇਖਦੇ ਹਾਂ ਕਿ ਸੁਖਵਿੰਦਰ ਅੰਮ੍ਰਿਤ ਦਾ ਗਜ਼ਲ ਸੰਗ੍ਰਹਿ ਕਾਵਿ ਕਲਾ ਦੇ ਪੱਖੋਂ ਇੱਕ ਬਿਹਤਰੀਨ ਰਚਨਾ ਹੈ, ਬਹੁਤ ਹੀ ਵਧੀਆ ਰਚਨਾ ਹੈ। ਸੋ ਅੱਜ ਇੱਥੇ ਹੀ ਗੱਲ ਖਤਮ ਕਰਦੇ ਹਾਂ, ਸਮਾਪਤ ਕਰਦੇ ਹਾਂ। ਸੋ ਫਿਰ ਕਿਸੇ ਹੋਰ ਕੁਐਸਚਨ ਦੇ ਬਾਰੇ ਵਿੱਚ ਗੱਲਬਾਤ ਕਰਨ ਲਈ ਫਿਰ ਤੋਂ ਇਕੱਠੇ ਹੋਵਾਂਗੇ। ਸੋ ਸਟੂਡੈਂਟਸ, ਅੱਜ ਵਾਸਤੇ ਇੰਨਾ ਹੀ।